ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਗੱਲਬਾਤ ਕਰਾਂਗੇ ਉਹਨਾਂ ਖਬਰਾਂ ਦੀ ਜਿਹੜੀਆਂ ਕੈਨੇਡਾ ਵਿੱਚ ਹਫ਼ਤਾ ਭਰ ਖਾਸ ਰਹੀਆਂ। ਨਜ਼ਰ ਮਾਰਦੇ ਹਾਂ ਇਹਨਾਂ ਖਬਰਾਂ ਉੱਪਰ। ਟਰੱਕ ਡਰਾਈਵਰਾਂ ਨੂੰ ਜਲਦ ਮਿਲੇਗੀ ਪੀਆਰ ਐਕਸਪ੍ਰੈਸ ਐਂਟਰੀ ਲਈ ਹੋਣਗੇ ਯੋਗ। ਕੈਨੇਡਾ ਦੇ ਵੀਜ਼ੇ ਵਿੱਚ ਦੇਰੀ ਕਿਉਂ, ਬੈਕਲੌਗ ਬਾਰੇ ਆਈ ਵੱਡੀ ਖਬਰ। ਹੁਣ 10 ਦਿਨਾਂ ਵਿੱਚ ਮਿਲੇਗੀ LMIA, ਜਾਣੋ ਕਿਹਨਾਂ ਨੂੰ ਮਿਲੇਗੀ ਇਸ ਤਹਿਤ ਰਾਹਤ। ਹੁਣ ਆਨਲਾਈਨ ਮਿਲੇਗੀ ਪੀਆਰ ਦੀ ਜਾਣਕਾਰੀ। ਇਮੀਗ੍ਰੇਸ਼ਨ ਬਾਰੇ ਹੋਇਆ ਵੱਡਾ ਐਲਾਨ। ਟਰੱਕ ਡਰਾਈਵਰਾਂ ਨੂੰ ਪੀਆਰ ਹਾਸਲ ਕਰਨ ਵਿੱਚ ਆਸਾਨੀ ਹੋਵੇਗੀ। ਇਸ ਹਫ਼ਤੇ IRCC ਵੱਲੋਂ ਵੱਡਾ ਐਲਾਨ ਕੀਤਾ ਗਿਆ। ਇਮੀਗ੍ਰੇਸ਼ਨ ਵਿਭਾਗ ਵੱਲੋਂ ਦੱਸਿਆ ਗਿਆ ਕਿ ਐਕਸਪ੍ਰੈਸ ਐਂਟਰੀ ਵਾਸਤੇ ਟਰੱਕ ਡਰਾਈਵਰ ਤੇ ਬੱਸ ਡਰਾਈਵਰ ਯੋਗ ਹੋਣਗੇ। ਪਹਿਲਾਂ ਅਜਿਹਾ ਨਹੀਂ ਹੁੰਦਾ ਸੀ, ਪਰ ਹੁਣ ਲੇਬਰ ਦੀ ਘਾਟ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਕੀਤਾ ਗਿਆ। ਟਰੱਕ ਡਰਾਈਵਰਾਂ ਲਈ ਇਮੀਗ੍ਰੇਸ਼ਨ ਦੇ ਪੱਖੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਐਕਸਪ੍ਰੈਸ ਐਂਟਰੀ ਵੱਲੋਂ ਖੁਸ਼ਖਬਰੀ ਸਾਂਝੀ ਕੀਤੀ ਗਈ। ਜੀ ਹਾਂ, IRCC ਦਾ ਕਹਿਣਾ ਹੈ ਕਿ ਐਕਸਪ੍ਰੈਸ ਐਂਟਰੀ ਅਧੀਨ ਹੁਣ ਬੱਸ ਅਤੇ ਟਰੱਕ ਡਰਾਈਵਰ ਵੀ ਐਲੀਜੀਬਲ ਹੋਣਗੇ। ਦਰਅਸਲ 16 ਨਵੰਬਰ 2022 ਨੂੰ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਨੈਸ਼ਨਲ ਆਕੂਪੇਸ਼ਨ ਕਲਾਸੀਫਿਕੇਸ਼ਨ ਵਿੱਚ ਕੁਝ ਬਦਲਾਵ ਕੀਤੇ ਗਏ, ਜਿਸ ਮੁਤਾਬਕ ਬੱਸ ਅਤੇ ਟਰੱਕ ਡਰਾਈਵਰਾਂ ਨੂੰ ਵੀ ਐਕਸਪ੍ਰੈਸ ਐਂਟਰੀ ਵਾਸਤੇ ਯੋਗ ਕਰ ਦਿੱਤਾ ਗਿਆ ਹੈ। ਮੌਜੂਦਾ ਸਮੇਂ ਕੈਨੇਡਾ ਵਿੱਚ ਬੱਸ ਡਰਾਈਵਰਾਂ ਦੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ, ਜਿਸ ਨੂੰ ਪੂਰਾ ਕਰਨ ਵਾਸਤੇ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ। ਅਕਤੂਬਰ 2022 ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਗਈ, ਜਿੱਥੇ ਪਤਾ ਚੱਲਿਆ ਕਿ ਮੌਂਟਰੀਅਲ ਵਿੱਚ ਸਕੂਲ ਬੱਸ ਡਰਾਈਵਰਾਂ ਦੀ ਕਾਫੀ ਕਮੀ ਹੈ। ਇਸ ਦੇ ਨਤੀਜੇ ਇਹ ਨਿਕਲੇ ਕਿ ਬਹੁਤ ਸਾਰੇ ਰੂਟ ਦੀਆਂ ਬੱਸਾਂ ਨੂੰ ਰੱਦ ਕਰਨਾ ਪੈ ਰਿਹਾ ਸੀ। ਹੁਣ ਇਸ ਤਰ੍ਹਾਂ ਲੇਬਰ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ, ਜਿਸ ਵਿੱਚ ਇਮੀਗ੍ਰੇਸ਼ਨ ਦਾ ਉਪਰਾਲਾ ਵੀ ਜੁੜਿਆ ਹੋਇਆ ਹੈ। ਟਰੱਕ ਡਰਾਈਵਰਾਂ ਦੀ ਜੋ ਸ਼ਾਰਟੇਜ ਹੈ, ਉਸ ਬਾਰੇ ਵੀ ਰਿਪੋਰਟ ਸਾਹਮਣੇ ਆਈ, ਜਿੱਥੇ ਪਤਾ ਚੱਲਿਆ ਕਿ ਮੌਜੂਦਾ ਸਮੇਂ ਬਹੁਤ ਸਾਰੇ ਟਰੱਕ ਡਰਾਈਵਰਾਂ ਦੀ ਜ਼ਰੂਰਤ ਹੈ। ਸਾਲ 2021 ਦੇ ਦੂਸਰੇ ਕੁਆਰਟਰ ਵਿੱਚ 18,000 ਟਰੱਕ ਡਰਾਈਵਰਾਂ ਦੀਆਂ ਨੌਕਰੀਆਂ ਖਾਲੀ ਹੋਣ ਦੀ ਜਾਣਕਾਰੀ ਦਿੱਤੀ ਗਈ ਤੇ ਸਾਲ 2022 ਦੇ ਦੂਸਰੇ ਕੁਆਰਟਰ ਵਿੱਚ ਇਹ ਅੰਕੜਾ ਵਧ ਕੇ 20,110 ਦੇ ਉੱਪਰ ਪਹੁੰਚ ਗਿਆ। ਹੁਣ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਹ ਜੋ ਨਵਾਂ ਕਦਮ ਚੁੱਕਿਆ ਗਿਆ, ਇਸ ਨਾਲ ਲੇਬਰ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇਗਾ ਤੇ ਜਿਹੜੀ ਇੰਡਸਟਰੀ ਪ੍ਰਭਾਵਿਤ ਹੋ ਰਹੀ ਹੈ, ਉਸ ਦੇ ਵਾਸਤੇ ਵੀ ਹੱਲ ਕੱਢਿਆ ਜਾ ਰਿਹਾ ਹੈ। ਕੈਨੇਡਾ ਦੇ ਵੀਜ਼ੇ ਵਿੱਚ ਦੇਰੀ ਕਿਉਂ ਹੋ ਰਹੀ ਹੈ, ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ। ਬੈਕਲੌਗ ਦੇ ਬਾਰੇ IRCC ਵੱਲੋਂ ਦੱਸਿਆ ਗਿਆ। ਫਾਈਲਾਂ ਦਾ ਬੈਕਲੌਗ 2 ਮਿਲੀਅਨ ਤੋਂ ਵੱਧ ਦੱਸਿਆ ਜਾ ਰਿਹਾ ਹੈ। ਅਜੇ ਬਹੁਤ ਸਾਰੀਆਂ ਫਾਈਲਾਂ ਦੇ ਉੱਪਰ ਫੈਸਲਾ ਆਉਣਾ ਬਾਕੀ ਹੈ। ਵਿਭਾਗ ਵੱਲੋਂ ਇਸ ਬਾਰੇ ਹੋਰ ਕੀ ਅਪਡੇਟ ਦਿੱਤੀ ਗਈ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਕੈਨੇਡਾ ਤੋਂ ਇਮੀਗ੍ਰੇਸ਼ਨ ਬੈਕਲੌਗ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਮੌਜੂਦਾ ਸਮੇਂ ਬੈਕਲੌਗ ਦੀ ਕੀ ਸਥਿਤੀ ਬਣੀ ਹੋਈ ਹੈ। ਇਸ ਬੈਕਲੌਗ ਵਿੱਚ ਪਹਿਲਾਂ ਦੇ ਮੁਕਾਬਲੇ ਬਦਲਾਵ ਦੇਖਣ ਨੂੰ ਮਿਲਿਆ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਦੱਸਣ ਮੁਤਾਬਕ ਮੌਜੂਦਾ ਸਮੇਂ 2.1 ਮਿਲੀਅਨ ਫਾਈਲਾਂ ਇਨਵੈਂਟਰੀ ਵਿੱਚ ਪਈਆਂ ਹਨ। ਇਸ ਦੇ ਨਾਲ ਹੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਹੜੇ ਸਮੇਂ ਕਿੰਨੀਆਂ ਫਾਈਲਾਂ ਉਹਨਾਂ ਕੋਲ ਪਈਆਂ ਸਨ। 2 ਜਨਵਰੀ 2023 ਦੌਰਾਨ 21,52,220, 3 ਦਸੰਬਰ 2022 ਦੌਰਾਨ 22,43,097, 3 ਨਵੰਬਰ 2022 ਤੱਕ 24,11,388, 30 ਸਤੰਬਰ 2022 ਦੌਰਾਨ 26 ਲੱਖ, 31 ਅਗਸਤ 2022 ਦੌਰਾਨ 25 ਲੱਖ ਤੋਂ ਵੱਧ, 15 ਜੁਲਾਈ 2022 ਦੌਰਾਨ 26 ਲੱਖ ਤੋਂ ਵੱਧ, 1 ਜੁਲਾਈ 2022 ਤੱਕ 23 ਲੱਖ ਤੋਂ ਵੱਧ, 30 ਅਪ੍ਰੈਲ 2022 ਦੌਰਾਨ 21 ਲੱਖ ਤੋਂ ਵੱਧ, 11 ਅਪ੍ਰੈਲ ਦੌਰਾਨ 20 ਲੱਖ ਤੋਂ ਵੱਧ, 15 ਮਾਰਚ ਦੌਰਾਨ 18 ਲੱਖ ਤੋਂ ਵੱਧ, 1 ਫਰਵਰੀ ਦੌਰਾਨ 18 ਲੱਖ ਤੋਂ ਵੱਧ, 15 ਦਸੰਬਰ ਦੌਰਾਨ 18 ਲੱਖ ਤੋਂ ਵੱਧ, 27 ਅਕਤੂਬਰ ਤੱਕ 17 ਲੱਖ ਤੋਂ ਵੱਧ ਫਾਈਲਾਂ ਦਾ ਬੈਕਲੌਗ ਵਿਭਾਗ ਕੋਲ ਪਿਆ ਸੀ। ਇਸ ਦੇ ਨਾਲ ਹੀ ਦੱਸਿਆ ਗਿਆ ਹੈ ਕਿ 1 ਫਰਵਰੀ ਤੱਕ ਸਿਟੀਜ਼ਨਸ਼ਿਪ ਇਨਵੈਂਟਰੀ ਵਿੱਚ 3,02,980 ਫਾਈਲਾਂ ਪਈਆਂ ਨੇ। ਪੀਆਰ ਇਨਵੈਂਟਰੀ ਵਿੱਚ 5,23,557, ਟੀਆਰ ਇਨਵੈਂਟਰੀ ਵਿੱਚ 12,94,000 ਤੋਂ ਵੱਧ ਫਾਈਲਾਂ ਪਈਆਂ ਹਨ। ਇਸ ਦੇ ਨਾਲ ਹੀ PNP ਡਰਾ ਤੇ ਐਕਸਪ੍ਰੈਸ ਐਂਟਰੀ ਦਾ ਵੀ ਜ਼ਿਕਰ ਕੀਤਾ ਗਿਆ। ਮੌਜੂਦਾ ਸਮੇਂ ਐਕਸਪ੍ਰੈਸ ਐਂਟਰੀ ਦੀਆਂ ਫਾਈਲਾਂ 47,000 ਤੋਂ ਵੱਧ ਅਜਿਹੀਆਂ ਨੇ, ਜਿਨ੍ਹਾਂ ਉੱਪਰ ਫੈਸਲਾ ਆਉਣਾ ਬਾਕੀ ਹੈ। ਫੈਮਿਲੀ ਕਲਾਸ ਇਮੀਗ੍ਰੇਸ਼ਨ ਪ੍ਰੋਗਰਾਮ ਤਹਿਤ 12,04,000 ਤੋਂ ਵੱਧ, ਸਪਾਊਸ ਫਾਈਲਾਂ 61,000 ਤੋਂ ਵੱਧ, PGP ਪ੍ਰੋਗਰਾਮ ਤਹਿਤ 52,000 ਤੋਂ ਵੱਧ ਫਾਈਲਾਂ ਅਜਿਹੀਆਂ ਪਈਆਂ ਨੇ, ਜਿਨ੍ਹਾਂ ਉੱਪਰ IRCC ਵੱਲੋਂ ਅਜੇ ਤੱਕ ਆਪਣਾ ਫੈਸਲਾ ਨਹੀਂ ਸੁਣਾਇਆ ਗਿਆ। LMIA ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ, ਜਿੱਥੇ 10 ਦਿਨਾਂ ਦੇ ਵਿੱਚ LMIA ਮਿਲ ਜਾਵੇਗੀ। ਆਮ ਤੌਰ ਦੇ ਉੱਪਰ 20 ਦਿਨ ਤੋਂ ਵੱਧ ਦਾ ਸਮਾਂ ਇਸ ਨੂੰ ਹਾਸਲ ਕਰਨ ਵਿੱਚ ਲੱਗਦਾ ਸੀ, ਪਰ ਹੁਣ ਕੁਝ ਬਿਜ਼ਨੈਸਿਸ ਨੂੰ ਇਸ ਸੰਬੰਧੀ ਰਾਹਤ ਦਿੱਤੀ ਗਈ ਹੈ। LMIA ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਹੁਣ ਕਈਆਂ ਨੂੰ 10 ਦਿਨਾਂ ਵਿੱਚ LMIA ਮਿਲ ਸਕਦੀ ਹੈ।
ਜੀ ਹਾਂ, ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਪਤਾ ਚੱਲਿਆ ਹੈ ਕਿ ਕੁਝ ਨੂੰ LMIA ਸੰਬੰਧੀ ਰਾਹਤ ਦਿੱਤੀ ਜਾਵੇਗੀ। ਇਸ ਵਾਸਤੇ ਕਿਹੜੀਆਂ ਸ਼ਰਤਾਂ ਨੇ ਤੇ ਕਿਹਨਾਂ ਨੂੰ ਰਾਹਤ ਦਿੱਤੀ ਗਈ, ਇਸ ਬਾਰੇ ਇਮੀਗ੍ਰੇਸ਼ਨ ਵਿਭਾਗ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਦੱਸ ਦਈਏ ਕਿ ਆਮ ਤੌਰ ਦੇ ਉੱਪਰ ਜੇਕਰ ਕਿਸੇ ਨੇ LMIA ਹਾਸਲ ਕਰਨੀ ਹੁੰਦੀ ਹੈ ਤਾਂ ਉਹਨਾਂ ਨੂੰ 21 ਬਿਜ਼ਨਸ ਡੇਜ਼ ਦਾ ਇੰਤਜ਼ਾਰ ਕਰਨਾ ਪੈਂਦਾ ਹੈ, ਪਰ IRCC ਵੱਲੋਂ ਹੁਣ ਇਸ ਨੂੰ ਸੌਖਾ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਕਿਹੜੇ ਕਾਰੋਬਾਰਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ, ਭਾਵ ਕਿ ਕਿਹੜੇ ਕਾਰੋਬਾਰਾਂ ਵਾਸਤੇ 10 ਦਿਨਾਂ ਵਿੱਚ LMIA ਮਿਲ ਜਾਵੇਗੀ। ਇਹਨਾਂ ਦੇ ਨਾਮ ਕੁਝ ਇਸ ਪ੍ਰਕਾਰ ਨੇ: ਕੰਟਰੈਕਟਰਸ ਐਂਡ ਸੁਪਰਵਾਈਜ਼ਰਸ, electrical trades and telecommunications occupations, contractors and supervisors, carpentry trades, contractors and supervisors, other construction trades, installers, repairers and servicers, carpenters, contractors and supervisors, mechanic trades, contractors and supervisor, heavy equipment operator, crew, supervisors, logging and forestry, supervisors, mining and quarrying, contractors and supervisors, oil and gas drilling services, logging machine operators, agricultural service contractors, supervisors, minerals and metal processing, supervisors, petroleum, gas and chemical processing and utilities, supervisors, plastic and rubber product manufacturing, central control and process operators, power engineers and power system operators, water and waste treatment plant operators, sheet metal workers, iron workers, welders and related machine operators, industrial electricians, power system electricians, electrical power line and cable worker, gas fillers, heavy duty equipment machines, railway women, aircraft mechanics and aircraft inspectors, crane operators ਤੇ ਹੋਰ ਵੀ ਕਈਆਂ ਨੂੰ ਰਾਹਤ ਦਿੱਤੀ ਗਈ ਹੈ, ਜਿਸ ਬਾਰੇ ਵੈਬਸਾਈਟ ਦੇ ਉੱਪਰ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। PR ਦੀਆਂ ਅਰਜ਼ੀਆਂ ਦੇ ਨਾਲ ਜੁੜੀ ਹੋਈ ਜਾਣਕਾਰੀ ਹੁਣ ਆਨਲਾਈਨ ਹਾਸਿਲ ਕੀਤੀ ਜਾ ਸਕਦੀ ਹੈ। IRCC ਵੱਲੋਂ ਦੱਸਿਆ ਗਿਆ ਕਿ ਜਿਨ੍ਹਾਂ ਨੇ ਐਕਸਪ੍ਰੈਸ ਐਂਟਰੀ ਅਤੇ PNP ਜ਼ਰੀਏ ਆਪਣੀਆਂ ਅਰਜ਼ੀਆਂ ਲਗਾਈਆਂ ਨੇ ਉਹ ਇਸ ਦੀ ਸਾਰੀ ਜਾਣਕਾਰੀ ਘਰ ਬੈਠੇ ਹੀ ਹਾਸਿਲ ਕਰ ਸਕਦੇ ਨੇ। ਇਮੀਗ੍ਰੇਸ਼ਨ ਵਿਭਾਗ ਵੱਲੋਂ ਜੋ ਡਿਜੀਟਲਾਈਜ਼ ਹੋਣ ਦਾ ਇਹ ਬੇੜਾ ਚੁੱਕਿਆ ਗਿਆ, ਉਸ ਤਹਿਤ ਵੱਡਾ ਕਦਮ ਚੁੱਕਿਆ ਗਿਆ। ਪਹਿਲਾਂ ਵੀ ਕਈ ਅਰਜ਼ੀਆਂ ਨੂੰ ਆਨਲਾਈਨ ਕੀਤਾ ਜਾ ਚੁੱਕਿਆ ਹੈ। ਇਸ ਬਾਰੇ ਕੀ ਹੈ ਪੂਰੀ ਜਾਣਕਾਰੀ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਇਮੀਗ੍ਰੇਸ਼ਨ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਆਸਾਨੀ ਨਾਲ ਘਰ ਬੈਠੇ ਹੀ ਪਤਾ ਲਗਾਇਆ ਜਾ ਸਕਦਾ ਹੈ ਕਿ ਤੁਹਾਡੀਆਂ ਅਰਜ਼ੀਆਂ ਉੱਪਰ ਕਦੋਂ ਕਿੰਨੀ ਦੇਰ ਵਿੱਚ ਫੈਸਲਾ ਆਵੇਗਾ। ਇਹ ਜਾਣਕਾਰੀ PNP ਅਤੇ ਐਕਸਪ੍ਰੈਸ ਐਂਟਰੀ ਕੈਂਡੀਡੇਟਸ ਵਾਸਤੇ ਹੈ, ਜਿੱਥੇ IRCC ਵੱਲੋਂ ਅਰਜ਼ੀਆਂ ਦੇ ਟਰੈਕਰ ਦਾ ਐਲਾਨ ਕੀਤਾ ਗਿਆ, ਜਿਸ ਦਾ ਭਾਵ ਹੈ ਕਿ ਐਕਸਪ੍ਰੈਸ ਐਂਟਰੀ ਤੇ PNP ਕੈਂਡੀਡੇਟਸ ਆਪਣੀ ਅਰਜ਼ੀਆਂ ਬਾਰੇ ਸਾਰੀ ਜਾਣਕਾਰੀ ਘਰ ਬੈਠੇ ਹੀ ਆਨਲਾਈਨ ਹਾਸਿਲ ਕਰ ਸਕਦੇ ਨੇ। ਇਹ ਨਵਾਂ ਸਟੇਟਸ ਟਰੈਕਰ ਐਕਸਪ੍ਰੈਸ ਐਂਟਰੀ ਕੈਂਡੀਡੇਟਸ, ਜਿਸ ਵਿੱਚ ਫੈਡਰਲ ਸਕਿੱਲ ਵਰਕਰਸ ਪ੍ਰੋਗਰਾਮ, ਕੈਨੇਡੀਅਨ ਐਕਸਪੀਰੀਅੰਸ ਕਲਾਸ ਤੇ ਫੈਡਰਲ ਸਕਿੱਲ ਟ੍ਰੇਡਸ ਪ੍ਰੋਗਰਾਮ ਸ਼ਾਮਿਲ ਹੈ ਤੇ PNP ਵਾਸਤੇ ਅਪਲਾਈ ਹੋਵੇਗਾ। ਦੱਸ ਦਈਏ ਕਿ ਮੌਜੂਦਾ ਸਮੇਂ ਕੈਨੇਡਾ ਵੱਲੋਂ ਇਹਨਾਂ ਡਰਾਸ ਰਾਹੀਂ 1,90,000 ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਣਾ ਹੈ ਤੇ ਸਾਲ 2025 ਵਾਸਤੇ ਇਹ ਅੰਕੜਾ 2,30,000 ਤੋਂ ਵੱਧ ਦਾ ਤੈਅ ਕੀਤਾ ਗਿਆ। ਹਾਲ ਹੀ ਵਿੱਚ IRCC ਵੱਲੋਂ ਅੰਕੜਾ ਸਾਂਝੇ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਕੋਲ 31 ਜਨਵਰੀ ਤੱਕ 47,000 ਤੋਂ ਵੱਧ ਅਰਜ਼ੀਆਂ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਅਧੀਨ ਤੇ 66,000 ਤੋਂ ਵੱਧ PNP ਪ੍ਰੋਗਰਾਮ ਅਧੀਨ ਪਈਆਂ ਹਨ, ਜਿਸ ਦੇ ਨਾਲ ਹੁਣ ਘਰ ਬੈਠੇ ਹੀ ਆਨਲਾਈਨ ਸਟੇਟਸ ਦੇਖਿਆ ਜਾ ਸਕੇਗਾ। ਜ਼ਿਕਰਯੋਗ ਹੈ ਕਿ IRCC ਵੱਲੋਂ ਆਪਣੇ ਆਪ ਨੂੰ ਡਿਜੀਟਲਾਈਜ਼ ਕਰਨ ਵਾਸਤੇ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ। ਪਿਛਲੇ ਸਤੰਬਰ ਮਹੀਨੇ IRCC ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਵੱਲੋਂ ਸਾਰੀਆਂ ਅਰਜ਼ੀਆਂ ਡਿਜੀਟਲਾਈਜ਼ ਕੀਤੀਆਂ ਜਾਣਗੀਆਂ। ਉਹਨਾਂ ਵੱਲੋਂ ਕਿਹਨਾਂ ਵਾਸਤੇ ਇਹ ਪਹਿਲਾਂ ਹੀ ਕਰ ਦਿੱਤਾ ਗਿਆ, ਇਸ ਬਾਰੇ ਵੀ ਸਮੇਂ-ਸਮੇਂ ਤੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਪਹਿਲਾਂ ਸਪਾਊਸ ਵੀਜ਼ਾ ਵਾਲਿਆਂ ਨੂੰ ਇਸ ਸੰਬੰਧੀ ਰਾਹਤ ਦਿੱਤੀ ਗਈ ਸੀ ਤੇ ਹੁਣ ਇਹ ਤਾਜ਼ਾ ਜਾਣਕਾਰੀ ਐਕਸਪ੍ਰੈਸ ਐਂਟਰੀ ਤੇ PNP ਕੈਂਡੀਡੇਟਸ ਵਾਸਤੇ ਸਾਹਮਣੇ ਆਈ ਹੈ। ਸੀਰੀਆ ਤੇ ਤੁਰਕੀ ਵਿੱਚ ਇਸ ਹਫ਼ਤੇ ਜ਼ਬਰਦਸਤ ਭੂਚਾਲ ਆਇਆ, ਜਿਸ ਕਾਰਨ ਵੱਡੀ ਗਿਣਤੀ ਲੋਕਾਂ ਦੀ ਜਾਨ ਚਲੀ ਗਈ ਤੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਅਜਿਹੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੱਡਾ ਐਲਾਨ ਕੀਤਾ ਗਿਆ। ਦੱਸਿਆ ਗਿਆ ਕਿ ਜਿਹੜੇ ਭੂਚਾਲ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੀ ਮਦਦ ਵਾਸਤੇ ਕਿੰਨੀ ਰਾਸ਼ੀ ਕੈਨੇਡਾ ਵੱਲੋਂ ਭੇਜੀ ਜਾ ਰਹੀ ਹੈ। ਜ਼ਬਰਦਸਤ ਭੂਚਾਲ ਕਾਰਨ ਜੋ ਨੁਕਸਾਨ ਹੋਇਆ, ਇਸ ਸੰਬੰਧੀ ਹੁਣ ਕੈਨੇਡਾ ਵੱਲੋਂ ਮਦਦ ਭੇਜੀ ਜਾ ਰਹੀ ਹੈ। ਜੀ ਹਾਂ, ਤੁਰਕੀ ਦੇ ਵਿੱਚ ਆਏ ਭੂਚਾਲ ਕਾਰਨ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ। ਕੈਨੇਡਾ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਵੱਲੋਂ ਮਦਦ ਵਾਸਤੇ $10 ਮਿਲੀਅਨ ਸ਼ੁਰੂਆਤ ਵਿੱਚ ਭੇਜੇ ਜਾਣਗੇ। ਇਹ ਮਦਦ ਕੈਨੇਡਾ ਵੱਲੋਂ ਤੁਰਕੀ ਅਤੇ ਸੀਰੀਆ ਨੂੰ ਭੇਜੀ ਜਾ ਰਹੀ ਹੈ, ਜਿਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਲਾਨ ਕੀਤਾ ਗਿਆ।
ਦੱਸ ਦਈਏ ਕਿ ਭਿਆਨਕ ਭੂਚਾਲ ਕਾਰਨ 5000 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਅਜੇ ਵੀ ਬਚਾਅ ਕਾਰਜ ਚਲਾਏ ਜਾ ਰਹੇ ਨੇ। ਤੁਰਕੀ ਅਤੇ ਸੀਰੀਆ ਵਿੱਚ 7.8 ਤੀਵਰਤਾ ਵਾਲਾ ਭੂਚਾਲ ਆਇਆ, ਜਿਸ ਕਾਰਨ ਭਾਰੀ ਨੁਕਸਾਨ ਹੋ ਗਿਆ। ਅਜਿਹੇ ਹਾਲਾਤਾਂ ਵਿੱਚ ਅਲੱਗ-ਅਲੱਗ ਦੇਸ਼ਾਂ ਵੱਲੋਂ ਮਦਦ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਅਜਿਹੇ ਵਿੱਚ ਇੱਕ ਟਵੀਟ ਸਾਹਮਣੇ ਆਇਆ, ਜਿਸ ਵਿੱਚ ਉਹਨਾਂ ਨੇ ਮਦਦ ਭੇਜਣ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਪਹਿਲਾਂ ਹੀ ਖਾਣ ਦੀਆਂ ਚੀਜ਼ਾਂ ਤੇ ਜ਼ਰੂਰਤ ਦੀਆਂ ਚੀਜ਼ਾਂ ਵੰਡੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਹਰਜੀਤ ਸੱਜਣ ਦਾ ਵੀ ਇੱਕ ਬਿਆਨ ਸਾਹਮਣੇ ਆਇਆ, ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਕਿ ਮਦਦ ਵਾਸਤੇ ਕੈਨੇਡਾ ਵੱਲੋਂ ਹੋਰ ਵੀ ਉਪਰਾਲੇ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਸੀਰੀਆ ਵਿੱਚ ਮੌਤਾਂ ਦਾ ਅੰਕੜਾ 800 ਦੇ ਕਰੀਬ ਪਹੁੰਚ ਚੁੱਕਿਆ ਹੈ ਤੇ ਇੱਥੇ 1400 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਭੂਚਾਲ ਬਾਰੇ US ਜੀਓਲੋਜੀਕਲ ਸਰਵੇ ਵੱਲੋਂ ਦੱਸਿਆ ਗਿਆ ਕਿ ਭੂਚਾਲ ਦੀ ਤੀਵਰਤਾ 7.8 ਸੀ, ਜੋ ਕਿ ਕਾਫੀ ਜ਼ਬਰਦਸਤ ਦੱਸਿਆ ਗਿਆ। ਗੂਗਲ ਵੱਲੋਂ ਇਸ ਹਫ਼ਤੇ 12000 ਦੇ ਕਰੀਬ ਮੁਲਾਜ਼ਮਾਂ ਦੀ ਛਾਂਟੀ ਕੀਤੀ ਗਈ ਹੈ। ਕੈਨੇਡਾ ਵਿੱਚ ਜਿਹੜੇ ਮੁਲਾਜ਼ਮ ਰਹਿੰਦੇ ਨੇ ਉਹਨਾਂ ਨੂੰ ਵੀ ਇਸ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਗੂਗਲ ਵੱਲੋਂ ਇਸ ਦਾ ਕਾਰਨ ਵੀ ਸਪਸ਼ਟ ਕੀਤਾ ਗਿਆ ਕਿ ਆਖਿਰਕਾਰ ਉਹਨਾਂ ਵੱਲੋਂ ਮੁਲਾਜ਼ਮ ਕੰਮ ਤੋਂ ਕੱਢਣ ਦਾ ਇਹ ਫੈਸਲਾ ਕਿਉਂ ਕੀਤਾ ਗਿਆ ਹੈ। ਗੂਗਲ ਵੱਲੋਂ ਆਪਣੇ ਮੁਲਾਜ਼ਮਾਂ ਦੀ ਛਾਂਟੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਗੂਗਲ ਵੱਲੋਂ ਆਪਣੇ 12000 ਮੁਲਾਜ਼ਮਾਂ ਦੀ ਗਲੋਬਲ ਛਾਂਟੀ ਤੋਂ ਪ੍ਰਭਾਵਿਤ ਕੈਨੇਡੀਅਨ ਸਟਾਫ ਨੂੰ ਵੀ ਸੂਚਨਾ ਦਿੱਤੀ ਜਾ ਰਹੀ ਹੈ। ਦਰਅਸਲ ਗੂਗਲ ਵੱਲੋਂ ਹਾਲ ਹੀ ਵਿੱਚ ਆਪਣੇ 12000 ਮੁਲਾਜ਼ਮਾਂ ਦੀ ਛਾਂਟੀ ਦਾ ਐਲਾਨ ਕੀਤਾ ਗਿਆ ਤੇ ਹੁਣ ਕੰਪਨੀ ਕੈਨੇਡੀਅਨ ਮੁਲਾਜ਼ਮਾਂ ਨੂੰ ਸੂਚਿਤ ਕਰ ਰਹੀ ਹੈ ਕਿ ਉਹਨਾਂ ਦੀ ਛਾਂਟੀ ਕੀਤੀ ਗਈ ਹੈ ਜਾਂ ਫਿਰ ਨਹੀਂ। ਗੂਗਲ ਕੈਨੇਡਾ ਦੀ ਸਪੋਕਸਪਰਸਨ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਕਿ ਪਿਛਲੇ ਮਹੀਨੇ ਐਲਾਨੀਆਂ ਛਾਂਟੀਆਂ ਸੰਬੰਧੀ ਕੈਨੇਡੀਅਨ ਸਟਾਫ ਨੂੰ ਈਮੇਲ ਭੇਜੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿੰਨੇ ਕੈਨੇਡੀਅਨ ਮੁਲਾਜ਼ਮਾਂ ਦੀ ਛਾਂਟੀ ਹੋਵੇਗੀ ਜਾਂ ਫਿਰ ਕਿਹੜੇ ਸ਼ਹਿਰਾਂ ਵਿੱਚ ਮੁਲਾਜ਼ਮਾਂ ਦੀ ਛਾਂਟੀ ਕੀਤੀ ਜਾ ਰਹੀ ਹੈ, ਪਰ ਉਨ੍ਹਾਂ ਕਿਹਾ ਕਿ ਕੈਨੇਡਾ ਗੂਗਲ ਵਾਸਤੇ ਇੱਕ ਅਹਿਮ ਮਾਰਕੀਟ ਹੈ। ਇਸ ਤੋਂ ਇਲਾਵਾ ਲਿੰਕਡਇਨ ਦੀਆਂ ਪੋਸਟਾਂ ਸਾਹਮਣੇ ਆਈਆਂ ਨੇ ਕਿ ਓਨਟਾਰੀਓ ਦੇ ਕਿਚਨਰ ਵਿੱਚ ਰਹਿੰਦੇ ਸੌਫਟਵੇਅਰ ਇੰਜੀਨੀਅਰ ਅਤੇ ਯੂਜ਼ਰ ਐਕਸਪੀਰੀਅੰਸ ਡਿਜ਼ਾਈਨਰ ਨੌਕਰੀ ਗਵਾਉਣ ਵਾਲੇ ਮੁਲਾਜ਼ਮਾਂ ਵਿੱਚ ਸ਼ਾਮਿਲ ਨੇ। ਗੂਗਲ ਦੇ CEO ਵੱਲੋਂ ਇਸ ਬਾਰੇ ਵਲੌਗ ਵਿੱਚ ਲਿਖਿਆ ਗਿਆ ਕਿ ਪਿਛਲੇ 2 ਸਾਲਾਂ ਵਿੱਚ ਕੰਪਨੀ ਦੇ ਕਾਰੋਬਾਰ ਅੰਦਰ ਜ਼ਬਰਦਸਤ ਵਾਧਾ ਹੋਇਆ ਸੀ। ਉਸ ਨੂੰ ਹੋਰ ਹੁਲਾਰਾ ਦੇਣ ਵਾਸਤੇ ਵਧੇਰੇ ਭਰਤੀ ਕੀਤੀ ਗਈ, ਪਰ ਹੁਣ ਦੀ ਆਰਥਿਕ ਸਥਿਤੀ ਅਜਿਹੀ ਬਣੀ ਹੋਈ ਹੈ ਜੋ ਕਿ ਪਹਿਲਾਂ ਨਾਲੋਂ ਵੱਖਰੀ ਹੈ। ਛਾਂਟੀਆਂ ਦੇ ਐਲਾਨ ਦੇ ਕੁਝ ਦਿਨਾਂ ਦੇ ਅੰਦਰ ਹੀ ਗੂਗਲ ਨੇ ਦੱਸਿਆ ਕਿ ਉਹ ਆਪਣੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਹਾਇਕ ਕੰਪਨੀ ਡੀਪ ਮਾਈਂਡ ਦੀ ਮਲਕੀਅਤ ਵਾਲੇ ਐਡਮਿੰਟਨ ਦਫ਼ਤਰ ਨੂੰ ਬੰਦ ਕਰ ਦੇਣਗੇ। UK ਵਿੱਚ ਹੈੱਡਕੁਆਰਟਰ ਵਾਲੀ ਇੱਕ ਸਹਾਇਕ ਕੰਪਨੀ ਨੇ ਆਪਣੇ ਬਾਕੀ ਕਾਰਜਾਂ ਨੂੰ ਸਮੇਟਣ ਦੀ ਯੋਜਨਾ ਬਣਾਈ ਹੈ, ਪਰ ਮੌਂਟਰੀਅਲ ਅਤੇ ਟੋਰਾਂਟੋ ਦਫ਼ਤਰਾਂ ਨੂੰ ਬਰਕਰਾਰ ਰੱਖਿਆ ਗਿਆ ਹੈ, ਜੋ ਕਿ ਗੂਗਲ ਦੁਆਰਾ ਪ੍ਰਬੰਧਿਤ ਇਮਾਰਤਾਂ ਦੇ ਅੰਦਰ ਸਥਿਤ ਨੇ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਐਡਮਿੰਟਨ ਦਫ਼ਤਰ ਦੇ ਰਿਸਰਚਰਾਂ ਨੂੰ ਕਿਸੇ ਹੋਰ ਡੀਪ ਮਾਈਂਡ ਸਾਈਟ ਤੇ ਰੈਲੋਕੇਟ ਹੋਣ ਦੀ ਪੇਸ਼ਕਸ਼ ਕੀਤੀ ਗਈ ਹੈ। ਦੱਸਦੀਏ ਕਿ ਆਰਥਿਕ ਹਕੀਕਤਾਂ ਅਤੇ ਸਥਿਤੀਆਂ ਬਦਲਣ ਕਰਕੇ ਸ਼ੋਪੀਫਾਈ, ਐਮਾਜ਼ਨ, ਨੈਟਫਲਿਕਸ ਅਤੇ ਹੋਰ ਵੀ ਕਈ ਵੱਡੀਆਂ ਕੰਪਨੀਆਂ ਵੱਲੋਂ ਸਟਾਫ ਦੀ ਛਾਂਟੀ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਉਹਨਾਂ ਵੱਲੋਂ ਅਜਿਹਾ ਕੀਤਾ ਵੀ ਗਿਆ। ਇਨ੍ਹਾਂ ਕੰਪਨੀਆਂ ਵੱਲੋਂ ਆਪਣੇ ਫੈਸਲੇ ਦੀ ਵੀ ਜਾਣਕਾਰੀ ਦਿੱਤੀ ਗਈ ਕਿ ਉਹ ਮੁਲਾਜ਼ਮਾਂ ਨੂੰ ਕੰਮ ਤੋਂ ਕਿਉਂ ਕੱਢ ਰਹੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਹਫ਼ਤੇ ਸਿਹਤ ਨਾਲ ਜੁੜਿਆ ਵੱਡਾ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਨੇ ਡੀਲ ਸਾਂਝੀ ਕੀਤੀ ਹੈ। ਪ੍ਰਸਤਾਵ ਪ੍ਰੀਮੀਅਰਸ ਅੱਗੇ ਰੱਖਿਆ ਗਿਆ, ਜਿੱਥੇ ਦੱਸਿਆ ਗਿਆ ਕਿ ਇਸ ਫੰਡਿੰਗ ਦੇ ਤਹਿਤ ਪ੍ਰੀਮੀਅਰਸ ਨੂੰ ਕਿੰਨੇ ਪੈਸੇ ਜਾਣੀ ਕਿ ਫੰਡਿੰਗ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਵੀਂ ਹੈਲਥ ਕੇਅਰ ਡੀਲ ਦਾ ਪ੍ਰਸਤਾਵ ਰੱਖਿਆ ਗਿਆ। ਅਗਲੇ 10 ਸਾਲਾਂ ਵਿੱਚ $196 ਬਿਲੀਅਨ ਖਰਚ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ। ਜੀ ਹਾਂ, ਨਵੇਂ ਪ੍ਰਸਤਾਵ ਵਿੱਚ ਕੈਨੇਡਾ ਹੈਲਥ ਟ੍ਰਾਂਸਫਰ ਵਿੱਚ ਬਗੈਰ ਕਿਸੇ ਸ਼ਰਤ ਤੋਂ $2 ਬਿਲੀਅਨ ਦਾ ਵਾਅਦਾ ਵੀ ਪ੍ਰਸਤਾਵ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਦੇਸ਼ ਦੇ ਹੈਲਥ ਕੇਅਰ ਸਿਸਟਮ ਵਿੱਚ ਮੌਜੂਦਾ ਸਮੱਸਿਆਵਾਂ ਨੂੰ ਦੂਰ ਕਰਨਾ ਹੈ। ਟਰੂਡੋ ਦੇ ਪ੍ਰਸਤਾਵ ਵਿੱਚ ਕੈਨੇਡਾ ਹੈਲਥ ਟ੍ਰਾਂਸਫਰ ਤਹਿਤ ਅਗਲੇ 5 ਸਾਲਾਂ ਵਾਸਤੇ ਸਾਲਾਨਾ 5% ਵਾਧਾ ਵੀ ਸ਼ਾਮਲ ਹੈ, ਜਿਸ ਤੋਂ ਬਾਅਦ ਆਉਂਦੇ ਸਮਿਆਂ ਵਿੱਚ ਸਥਾਈ ਫੰਡਿੰਗ ਵਾਧੇ ਦੀ ਵੀ ਵਿਵਸਥਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਫੰਡਿੰਗ ਵਾਧਾ ਅਗਲੇ 10 ਸਾਲਾਂ ਦੌਰਾਨ ਕੈਨੇਡਾ ਹੈਲਥ ਟ੍ਰਾਂਸਫਰ ਵਿੱਚ 61% ਦਾ ਵਾਧਾ ਕਰੇਗਾ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖੁਦ ਦੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਵੀ ਜਾਣਕਾਰੀ ਸਾਂਝੀ ਕੀਤੀ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। The provincial and territorial governments deliver healthcare with support from federal funding, which ensures that our collective commitment to the Canada Health Act is upheld. In fact, it's written right into the Canada Health Act that as governments, we need to protect, promote, and restore the physical and mental well-being of residents of Canada and facilitate reasonable access to health services without financial or other barriers.
To help ensure that, we're announcing that the federal government will be providing $198 billion in additional federal health funding over the next decade. This includes planned increases to the Canada Health Transfer and new funding of $48 billion over the next 10 years. Obviously, this is a major federal investment in healthcare. But we all know that money alone is not the answer. Each province and territory is facing different challenges. That's why we're focused on negotiating 13 distinct bilateral agreements that will respond to various situations across the country. This will make sure that real improvements are made and accounted for, particularly in 4 priority areas: primary care, healthcare workers, mental health, and health information and data. First, primary care, making sure Canadians have access to family doctors and nurse practitioners. It's about having someone you trust, who knows you, your kids, your parents, your grandparents, and who will make sure that everyone gets the right care and finds the right specialists. A family health team is there to be your entry point into the healthcare system, so it doesn't have to be the emergency room. ਕਿਰਾਏ ਦੇ ਮਕਾਨਾਂ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ, ਜਿੱਥੇ ਕਿਰਾਏ ਦੇ ਮਕਾਨਾਂ ਦੀ ਮੰਗ ਵਧ ਰਹੀ ਹੈ। ਇਸ ਸੰਬੰਧੀ ਹੁਣ ਖਾਸ ਮੰਗ ਫੈਡਰਲ ਸਰਕਾਰ ਤੋਂ ਵੀ ਕੀਤੀ ਜਾ ਰਹੀ ਹੈ। ਨਵੇਂ ਮਕਾਨ ਬਣਾਉਣ ਸੰਬੰਧੀ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਬਾਰੇ ਕੀ ਹੈ ਪੂਰੀ ਜਾਣਕਾਰੀ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਕਿਰਾਏ ਦੇ ਮਕਾਨਾਂ ਵਾਸਤੇ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਰਿਪੋਰਟ ਵਿੱਚ ਪਤਾ ਚੱਲਿਆ ਹੈ ਕਿ GTA ਨੂੰ ਨਵੇਂ ਕਿਰਾਏ ਦੇ ਮਕਾਨਾਂ ਵਿੱਚ ਇਨਵੈਸਟਮੈਂਟ ਨੂੰ ਤਰਜੀਹ ਦੇਣ ਦੀ ਜ਼ਰੂਰਤ ਹੈ। ਜੀ ਹਾਂ, ਗ੍ਰੇਟਰ ਟੋਰਾਂਟੋ ਏਰੀਆ ਵਿੱਚ ਕਿਰਾਏ ਦੇ ਮਕਾਨਾਂ ਦੀ ਤੇਜ਼ੀ ਨਾਲ ਵੱਧ ਰਹੀ ਮੰਗ ਦੀ ਪੂਰਤੀ ਵਾਸਤੇ ਨਵੇਂ ਕਿਰਾਏ ਦੇ ਮਕਾਨਾਂ ਦੀ ਉਸਾਰੀ ਨੂੰ ਤਰਜੀਹ ਦਿੱਤੇ ਜਾਣ ਦੀ ਜ਼ਰੂਰਤ ਹੈ। ਇੰਡਸਟਰੀ ਗਰੁੱਪਸ ਵੱਲੋਂ ਤਿਆਰ ਕੀਤੀ ਨਵੀਂ ਰਿਪੋਰਟ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ। ਬਿਲਡਿੰਗ ਇੰਡਸਟਰੀ ਐਂਡ ਲੈਂਡ ਡਿਵੈਲਪਮੈਂਟ ਐਸੋਸੀਏਸ਼ਨ ਤੇ ਫੈਡਰੇਸ਼ਨ ਆਫ ਰੈਂਟਲ ਹਾਊਸਿੰਗ ਪ੍ਰੋਵਾਈਡੇਸ਼ਨ ਆਫ ontario ਨੇ ਕਿਹਾ ਕਿ GTA ਵਿੱਚ ਕਿਰਾਏ ਦੇ ਮਕਾਨਾਂ ਦਾ ਘਾਟਾ ਅਗਲੇ 10 ਸਾਲਾਂ ਵਿੱਚ ਦੁੱਗਣਾ ਹੋ ਕੇ 1,77,000 ਹੋ ਜਾਵੇਗਾ। ਰਿਪੋਰਟ ਮੁਤਾਬਕ ਕਿਰਾਏ ਦੇ ਉਦੇਸ਼ ਨਾਲ ਉਸਾਰੇ ਜਾਣ ਵਾਲੇ ਨਵੇਂ ਮਕਾਨ ਬਣਾਉਣ ਦੀ ਹੀ ਘਾਟ ਹੋ ਸਕਦੀ ਹੈ। ਰਿਪੋਰਟ ਮੁਤਾਬਕ GTA ਦੇ ਕਰੀਬ 90% ਕਿਰਾਏ ਲਈ ਉਸਾਰੇ ਗਏ ਯੂਨਿਟ ਤਕਰੀਬਨ 40 ਸਾਲ ਪਹਿਲਾਂ ਬਣਾਏ ਗਏ। GTA ਦੀ ਰੈਂਟਲ ਮਾਰਕੀਟ ਵਿੱਚ ਕਿਰਾਏ ਲਈ ਬਣਾਏ ਮਕਾਨਾਂ ਦੀ ਹਿੱਸੇਦਾਰੀ 41% ਹੈ। FPRO ਦੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਸਾਰੇ ਪੱਧਰ ਦੀਆਂ ਸਰਕਾਰਾਂ ਨੂੰ ਪਹਿਲ ਦੇ ਆਧਾਰ ਤੇ ਵਿਸ਼ੇਸ਼ ਤੌਰ ਤੇ ਕਿਰਾਏ ਦੇ ਬਣੇ ਮਕਾਨਾਂ ਦੀ ਉਸਾਰੀ ਕਰਨ ਦੀ ਮੰਗ ਕੀਤੀ ਹੈ। ਰਿਪੋਰਟ ਅਨੁਸਾਰ ਇਹ ਇੱਕ ਮੁੱਖ ਮੁੱਦਾ ਹੈ ਕਿ ਡਿਵੈਲਪਮੈਂਟ ਵਾਸਤੇ ਪਰਪਸ ਬਿਲਡ ਰੈਂਟਲ ਬਣਾਉਣ ਵਧੇਰੇ ਮਹਿੰਗਾ ਹੈ, ਕਿਉਂਕਿ ਉਹਨਾਂ ਨੂੰ ਪਹਿਲਾਂ ਵੱਧ ਨਿਵੇਸ਼ ਕਰਨਾ ਪੈਂਦਾ ਹੈ ਤੇ ਪ੍ਰੋਜੈਕਟ ਦੇ ਲਾਭਦਾਇਕ ਬਣਨ ਵਾਸਤੇ ਲੰਬਾ ਸਮਾਂ ਉਡੀਕ ਕਰਨੀ ਪੈਂਦੀ ਹੈ। ਰਿਪੋਰਟ ਵਿੱਚ ਸਾਰੇ ਪੱਧਰ ਦੀਆਂ ਸਰਕਾਰਾਂ ਲਈ ਕਈ ਸਿਫਾਰਸ਼ਾਂ ਕੀਤੀਆਂ ਗਈਆਂ ਨੇ। ਮਿਊਨਿਸਪਲ ਪੱਧਰ ਤੇ ਕੋਈ ਕਾਰਵਾਈ ਦੀ ਮੰਗ ਕੀਤੀ ਗਈ ਹੈ, ਜਿਸ ਵਿੱਚ ਸੰਪਤੀ ਟੈਕਸਾਂ ਨੂੰ ਕੰਡੋਜ਼ ਅਤੇ ਲੋ ਰਾਈਡਸ ਹੋਮ ਵਾਸਤੇ ਇਕਸਾਰ ਕਰਨਾ, ਡਿਵੈਲਪਮੈਂਟ ਫੀਸਾਂ ਨੂੰ ਘਟਾਉਣਾ ਜਾਂ ਮੁਆਫ ਕਰਨਾ ਤੇ ਮਨਜ਼ੂਰੀ ਦੀ ਸਮਾਂ ਸੀਮਾਵਾਂ ਨੂੰ ਤੇਜ਼ ਕਰਨਾ ਸ਼ਾਮਿਲ ਹੈ। ਰਿਪੋਰਟ ਵਿੱਚ ontario ਸਰਕਾਰ ਵੱਲੋਂ ਹਾਲ ਹੀ ਵਿੱਚ ਬਣਾਏ ਮੋਰ ਹੋਮਜ਼ ਬਿਲਡ ਫਾਸਟ ਐਕਟ ਦੀ ਤਾਰੀਫ ਕੀਤੀ ਗਈ ਹੈ, ਪਰ ਕਿਹਾ ਹੈ ਕਿ ਸੂਬਾ ਅਤੇ ਫੈਡਰਲ ਸਰਕਾਰ ਨੂੰ ਹੋਰ ਕਦਮ ਚੁੱਕਣ ਦੀ ਲੋੜ ਹੈ, ਜਿਸ ਵਿੱਚ ਘਰਾਂ ਦੀ ਮੌਜੂਦਾ ਕੀਮਤਾਂ ਦੀ ਤਹਿਤ HST ਰਿਬੇਟ ਦੀ ਗੱਲ ਕਹੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਿਲਾਫ NDP ਲੀਡਰ ਜਗਮੀਤ ਸਿੰਘ ਬੋਲੇ ਨੇ ਤੇ ਨਾਲ ਹੀ ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਨਿਸ਼ਾਨੇ ਸਾਧੇ ਨੇ। ਜਗਮੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਮੌਜੂਦਾ ਸਮੇਂ ਕੰਜ਼ਰਵੇਟਿਵ ਪਾਰਟੀ ਕੀ ਕਰ ਰਹੀ ਹੈ ਤੇ ਪ੍ਰਧਾਨ ਮੰਤਰੀ ਉਹਨਾਂ ਨੂੰ ਨਹੀਂ ਰੋਕ ਰਹੇ। ਹੈਲਥ ਕੇਅਰ ਦਾ ਜ਼ਿਕਰ ਵੀ ਜਗਮੀਤ ਸਿੰਘ ਵੱਲੋਂ ਕੀਤਾ ਗਿਆ। NDP ਲੀਡਰ ਜਗਮੀਤ ਸਿੰਘ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਉੱਪਰ ਨਿਸ਼ਾਨੇ ਸਾਧੇ ਗਏ ਤੇ ਨਾਲ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਘੇਰਿਆ ਹੈ। ਜਗਮੀਤ ਸਿੰਘ ਕਹਿੰਦੇ ਨੇ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਵਰਕਰਾਂ ਨੂੰ ਅਤੇ ਸੁਸਾਇਟੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਨਾਲ ਹੀ ਉਹਨਾਂ ਵੱਲੋਂ ਹੈਲਥ ਕੇਅਰ ਦੇ ਮੁੱਦੇ ਦਾ ਵੀ ਜ਼ਿਕਰ ਕੀਤਾ ਗਿਆ। ਜਗਮੀਤ ਸਿੰਘ ਕਹਿੰਦੇ ਨੇ ਕਿ ਅਜਿਹੇ ਵਿੱਚ ਜਸਟਿਨ ਟਰੂਡੋ ਉਹਨਾਂ ਨੂੰ ਰੋਕਣ ਵਾਸਤੇ ਕੋਈ ਵੀ ਕਦਮ ਨਹੀਂ ਚੁੱਕ ਰਹੇ। ਜਗਮੀਤ ਸਿੰਘ ਵੱਲੋਂ ਖੁਦ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਇਹ ਵੀਡੀਓ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਕਿਹਾ ਕਿ ਨਿਊ ਡੈਮੋਕ੍ਰੇਟਸ ਹਮੇਸ਼ਾ ਹੀ ਹੱਕ ਦੀ ਲੜਾਈ ਲੜਦੇ ਰਹਿਣਗੇ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਪਰ ਵੀ ਉਹਨਾਂ ਵੱਲੋਂ ਸਵਾਲ ਖੜੇ ਕੀਤੇ ਗਏ ਨੇ। There is something standing in the way
of cuts and privatization and for-profit corporations squeezing workers' paychecks and attacking their rights. And it's not Justin Trudeau, it's working people and their unions and the NDP and the power of solidarity. We saw this solidarity. We saw the power of people coming together, workers and unions coming together when the Conservative agenda was defeated by workers who rose up against Doug Ford's union-busting attempt to take away the right to collectively bargain. We saw the power of people coming together when the Conservatives' agenda was smacked down in the midterm election in the United States. Workers are organizing across the country in Starbucks, in Amazon, in public and private sectors. Ford, Polyev, and greedy CEOs have been put on notice. It's time for workers to finally get the respect they deserve. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਰਸਿੰਗ ਸਟੂਡੈਂਟਸ ਨਾਲ ਮੁਲਾਕਾਤ ਕੀਤੀ ਗਈ ਜਿੱਥੇ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਤੋਂ ਕਈ ਸਵਾਲ ਪੁੱਛੇ ਤੇ ਟਰੂਡੋ ਨੇ ਉਹਨਾਂ ਦੇ ਜਵਾਬ ਦਿੱਤੇ ਨੇ। ਵਿਦਿਆਰਥੀਆਂ ਦੇ ਨਾਲ ਉਹਨਾਂ ਦਾ ਕਿਸ ਤਰ੍ਹਾਂ ਦਾ ਇਹ ਵਾਰਤਾਲਾਪ ਰਿਹਾ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਰਸਿੰਗ ਸਟੂਡੈਂਟਸ ਨਾਲ ਮੁਲਾਕਾਤ ਕੀਤੀ ਗਈ। ਓਟਵਾ ਵਿੱਚ ਪ੍ਰਧਾਨ ਮੰਤਰੀ ਮੌਜੂਦ ਸਨ ਜਿੱਥੇ ਉਹਨਾਂ ਨੇ ਵਿਦਿਆਰਥੀਆਂ ਨਾਲ ਰਾਬਤਾ ਕਾਇਮ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਕਾਫੀ ਗੱਲਾਂ ਦਾ ਜ਼ਿਕਰ ਕੀਤਾ ਗਿਆ। ਵਿਦਿਆਰਥੀਆਂ ਨੇ ਸਵਾਲ ਪੁੱਛੇ ਤਾਂ ਟਰੂਡੋ ਨੇ ਉਸ ਦੇ ਜਵਾਬ ਦਿੱਤੇ ਨੇ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨਾਲ ਕੀ ਗੱਲਾਂ ਕੀਤੀਆਂ ਆਓ ਤੁਹਾਨੂੰ ਸੁਣਾਉਂਦੇ ਹਾਂ। I was thinking about it. You're ending a 2-year program this spring, which means you chose to step up and get into a nursing program in September of 2021 after that first crazy, difficult year of COVID. And when we saw just how much our frontline health workers were standing up, but also we were seeing all the challenges in our healthcare system, all the gaps. And each of you decided that, yep, you wanted to be part of serving and helping your fellow Canadians and building a better future for people. And that is incredibly inspiring, but it's something that we've seen flavors of right across the country as people have chosen to step up. It's one of the ways we got through the pandemic, of people leaning on people in really meaningful ways. But at the same time, we also know that there are a huge number of challenges out there, whether it's within the medical professions where people are burning out and the supports and the resources just aren't always there enough, or across the country where people are challenged with rise in inflation, rise in interest rates, rise in cost of living, at the same time as there's uncertainty about all the changes going on in the world. So one of the things that I'm really looking forward to hearing from all of you is how you're doing, what you see as the big challenges you're facing over the coming years, what you're seeing in your profession and your chosen profession, what your next steps are, but also what the federal government or governments in general can and should be doing to support you. Oui, on a fait des annonces énormes dans notre système de santé, pour notre système de santé plus tôt cette semaine, et on va faire des investissements en partenariat avec les provinces, mais il y a beaucoup d'autres choses à faire et j'ai bien hâte de vous entendre dans les 2 langues officielles, si vous voulez, sur ces enjeux-là. I know there's lots to talk about. I'm glad to be back here with Anita. ਇਸ ਦੇ ਨਾਲ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਟਰੱਕ ਡਰਾਈਵਰਾਂ ਨੂੰ ਜਲਦ ਮਿਲੇਗੀ PR ਐਕਸਪ੍ਰੈਸ ਐਂਟਰੀ ਲਈ ਹੋਣਗੇ ਯੋਗ। ਕੈਨੇਡਾ ਦੇ ਵੀਜ਼ੇ ਵਿੱਚ ਦੇਰੀ ਕਿਉਂ ਬੈਕਲੌਗ ਬਾਰੇ ਆਈ ਵੱਡੀ ਖਬਰ। ਹੁਣ 10 ਦਿਨਾਂ ਵਿੱਚ ਮਿਲੇਗੀ LMIA। ਜਾਣੋ ਕਿਹਨਾਂ ਨੂੰ ਮਿਲੇਗੀ ਇਸ ਤਹਿਤ ਰਾਹਤ। ਹੁਣ ਆਨਲਾਈਨ ਮਿਲੇਗੀ PR ਦੀ ਜਾਣਕਾਰੀ। ਇਮੀਗ੍ਰੇਸ਼ਨ ਬਾਰੇ ਹੋਇਆ ਵੱਡਾ ਐਲਾਨ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।